ਸਕਾਈ ਨਿਊਜ਼ ਪੰਜਾਬ ਦੇਖਦੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਆ। ਇਸ ਵੇਲੇ ਅਸੀਂ ਦਿੱਲੀ ਦੇ ਸਿੱਗੂ ਬਾਰਡਰ ਦੇ ਉੱਪਰ ਖੜੇ ਹੋਏ ਆ, ਜਿੱਥੇ ਕਿ ਕਿਸਾਨਾਂ ਨੇ ਧਰਨਾ ਲਾਇਆ ਹੈ। ਮੋਦੀ ਸਰਕਾਰ ਨੇ ਜਿਹੜੇ 3 ਆਰਡੀਨੈਂਸ ਬਿੱਲ ਜਿਹੜੇ ਕਿ ਪਾਸ ਕੀਤੇ, ਉਹਦੇ ਰੋਸ਼ ਦੇ ਵਿੱਚ ਅੱਜ ਪੂਰੇ 32 ਦਿਨ ਹੋ ਗਏ ਨਾ। ਇਹ ਸਾਡੇ ਨਾਲ ਮੈਂ ਇੱਕ ਆਪਣੇ ਕੈਮਰਾਮੈਨ ਨੂੰ ਕਹੂੰਗਾ ਸਾਰੀਆਂ ਜਿਹੜੀਆਂ ਕਿ ਤਸਵੀਰਾਂ ਦਿਖਾਈਆਂ ਜਾਣ। ਇਹ ਬਹੁਤ ਪੁਰਾਣਾ ਮਾਡਲ ਟਰੈਕਟਰ ਆ, ਜਿਹੜਾ ਕਿ ਐਸਕੋਟ ਮਾਡਲ ਘੱਟੋ ਘੱਟ ਇਹ ਜਿਹੜਾ ਮਾਡਲ ਆ ਇਹ ਘੱਟੋ ਘੱਟ 50 ਸਾਲ ਪੁਰਾਣਾ ਮਾਡਲ ਹੋਊਗਾ, ਜਦ ਕਿ ਦੇਸ਼ ਆਜ਼ਾਦ ਹੋਏ ਨੂੰ ਵੀ 73 ਸਾਲ ਹੋ ਗਏ ਨੇ। ਇਹ ਉਦੋਂ ਪਹਿਲੋਂ ਦਾ ਜਿਹੜਾ ਕਿ ਮਾਡਲ ਪੁਰਾਣਾ ਮਾਡਲ ਟਰੈਕਟਰ ਆ, ਜਦ ਕਿ ਦਿੱਲੀ ਦੇ ਵਿੱਚ ਹੁਣ ਜਿਹੜੇ ਕਿ 10 ਸਾਲ ਪੁਰਾਣੀ ਗੱਡੀ ਨਹੀਂ ਆ ਸਕਦੀ ਸੀ, ਹੁਣ ਉੱਥੇ ਦੇਖੋ 70 ਮਾਡਲ ਜਿਹੜਾ ਕਿ ਟਰੈਕਟਰ ਆ ਗਏ ਨੇ। ਹੁਣ ਕਿਸਾਨ ਜਿਹੜੇ ਕਿ ਅੱਗੇ ਇਹ ਕਿਸਾਨ ਆਪਣੇ ਟਰੈਕਟਰ ਲਿਆਏ, ਲੋਕ ਤਰ੍ਹਾਂ ਤਰ੍ਹਾਂ ਇਹਨੂੰ ਦੇਖ ਕੇ ਦਿੱਲੀ ਨੂੰ ਰਵਾਨਾ ਹੋ ਰਹੇ ਨੇ। ਸਾਡੇ ਨਾਲ ਇਹ ਕੀ ਨਾਮ ਬਾਬਾ ਜੀ ਤੁਹਾਡਾ? ਮੇਰਾ ਨਾਮ ਹੈਗਾ ਜੀ ਸਰਜੀਤ ਸਿੰਘ। ਸਰਜੀਤ ਸਿੰਘ, ਹਾਂਜੀ। ਇਹ ਜਿਹੜਾ ਕਿ ਤੁਹਾਡਾ ਟਰੈਕਟਰ ਆ, ਹਾਂਜੀ, ਇਹ ਬਹੁਤ ਪੁਰਾਣਾ ਮਾਡਲ ਵਾ। ਹਾਂਜੀ। ਇਹ ਕਿੰਨੇ ਸਾਲ ਪੁਰਾਣਾ? ਇਹ ਦੇਖ ਲਓ ਜੀ, ਹੁਣ 1970 ਦੇ ਵਿੱਚ ਇਹਦੇ ਨਾਲ ਅਸੀਂ ਖੇਤੀ ਕਰਦੇ ਤੇ ਵੀ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਸਾਲ ਹੋ ਗਏ, 30 20 50 50 52 ਸਾਲ ਮੰਗੋ ਇਹਨੂੰ ਹੋ ਗਏ ਜੀ ਸਾਨੂੰ ਲਿਆਂਦੇ ਨੂੰ। ਇਹਨਾਂ ਦੇ ਕਿਹੜੇ ਕਿ ਆਪਣੇ ਸ਼੍ਰੋਮਣੀ ਜਿਹੜੇ ਕਿ ਪ੍ਰਧਾਨ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਆ, ਉਹਨਾਂ ਨੇ ਮੁੱਖ ਮੰਤਰੀ ਆਪਣੇ ਉਹਨਾਂ ਦੇ ਫਾਦਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆ, ਉਹਨਾਂ ਦੇ ਬਿਲਕੁਲ ਟੈਕਸ ਕਿਸਾਨਾਂ ਦੇ ਮਾਫ ਕੀਤੇ ਹੋਏ ਨੇ। ਹਾਂਜੀ ਹਾਂਜੀ ਹਾਂ, ਇਹ ਸਹੀ ਗੱਲ ਆ? ਹਾਂਜੀ ਹਾਂ। ਇਹ ਜਦੋਂ ਨਾ ਪਹਿਲਾਂ ਇਹਨਾਂ ਨੇ ਸਰਕਾਰ ਨੇ ਟੈਕਸ ਲਾਤਾ ਸੀ ਇਹਨਾਂ ਨੂੰ, ਇਹ ਜਦੋਂ ਬਾਦਲ ਸਾਹਿਬ ਦੀ ਸਰਕਾਰ ਆਈ ਹੈ ਨਾ, ਜਦੋਂ ਇਹਨਾਂ ਨੇ ਫਿਰ ਇਹ ਨਾ ਜੱਟਾਂ ਦੇ ਗੱਡੇ ਕਹਿ ਕੇ ਇਹਨਾਂ ਦੇ ਟੈਕਸ ਮਾਫ ਕਰੇ ਤੇ ਹੁਣ ਇਹਨੂੰ ਕੋਈ ਟੈਕਸ ਨਹੀਂ। ਸਾਡੇ ਹੁਣ ਵੀ ਇਹ ਗੱਡੇ ਹੀ ਨੇ, ਚਾਹੇ ਕੋਈ ਅੱਜ 2019 ਮਾਡਲ ਹੈ, ਚਾਹੇ 20 ਮਾਡਲ ਹੈ, ਚਾਹੇ 70 ਮਾਡਲ ਹੈ, ਚਾਹੇ 40 ਮਾਡਲ ਹੈ, ਇਹ ਤਾਂ ਸਾਨੂੰ ਕਿਸਾਨਾਂ ਦੇ ਗੱਡੇ ਹੀ ਨੇ। ਨਾ ਅਸੀਂ ਕੋਈ ਕਿਸੇ ਨੂੰ ਟੋਲ ਟੈਕਸ ਦਿੰਦੇ ਹਾਂ, ਨਾ ਕੋਈ ਅਸੀਂ ਇਹਦਾ ਟੈਕਸ ਭਰਦੇ ਹਾਂ। ਇਹ ਤਾਂ ਕਿਸਾਨਾਂ ਦਾ ਜਿਵੇਂ ਪਹਿਲਾਂ ਜ਼ਿਮੀਂਦਾਰਾਂ ਦੇ ਗੱਡੇ ਤੇ ਬਲਦ ਤੇ ਇਹ ਉੱਦਾਂ ਹੀ ਮੰਨੇ ਜਾਂਦੇ ਨੇ ਇਹ। ਤੇ ਜਿਹੜੇ ਹੁਣ ਸਰਕਾਰ ਨੇ ਜਿਹੜੇ ਕਿ ਬਿੱਲ ਜਿਹੜੇ ਕਿ 3 ਜਿਹੜੇ ਪਾਸ ਕੀਤੇ ਹੋਏ ਨਾ, ਜਿਹੜਾ ਕਿ ਸਰਕਾਰ ਅਗਲੇ ਬਿੱਲ ਜੇ ਨਹੀਂ ਪਾਸ ਕਰਦੀ, ਜਿਹੜੇ 29 ਤਰੀਕ ਦਿੱਤੀ ਹੋਈ ਹੈ ਕਿਸਾਨਾਂ ਨੂੰ, ਤੇ ਉਹਦੇ ਬਾਰੇ ਕੀ ਰਣਨੀਤੀ ਹੋਊਗੀ ਆਪਣੀ? ਕਿ ਮੋਦੀ ਸਰਕਾਰ ਝੁਕਣ ਨੂੰ ਤਾਂ ਬਿਲਕੁਲ ਵੀ ਤਿਆਰ ਨਹੀਂ। ਵੀਰ ਜੀ, ਇਹ ਰਣਨੀਤੀ ਤਾਂ ਦੇਖੋ ਬਣਾਉਣਗੇ ਸਾਡੇ ਜਿਹੜੇ ਆਹ ਮੋਢੀ ਨੇ, ਆਪਣੇ ਯੂਨੀਅਨ ਦੇ ਪ੍ਰਧਾਨ ਨੇ ਨਾ ਆਗੂ, ਉਹੀ ਬਣਾਉਣਗੇ ਰਣਨੀਤੀ ਤਾਂ। ਬਾਕੀ ਵੈਸੇ ਹੁਣ ਸਾਡੀ ਰਣਨੀਤੀ ਤਾਂ ਇਹੀ ਚੱਲ ਰਹੀ ਹੈ ਵੀ ਜਿੰਨਾ ਚਿਰ ਇਹ ਕੈਂਸਲ ਨਹੀਂ ਕਰਨਗੇ 3 ਕਾਨੂੰਨ, ਉਹਨਾਂ ਚਿਰ ਅਸੀਂ ਇੱਥੋਂ ਹੱਲ ਕੇ ਨਹੀਂ ਜਾਣਾ ਹੈਗਾ। ਬਾਕੀ ਦੇਖੋ ਕਹਿੰਦੇ ਨੇ 29 ਤਰੀਕ ਨੂੰ ਵੋਟਿੰਗ ਹੈ ਵੀ ਉਹਦੇ ਬਾਰੇ ਵਿਚਾਰ ਕੀ ਹੁੰਦੀ ਹੈ। ਪਰ ਸਰਕਾਰਾਂ ਨੇ ਤਾਂ ਇੱਕ ਪੜਾਉਣ ਦੀ ਜਿਹੜੀ ਕਿ ਕਿਸਾਨਾਂ ਨੂੰ ਕੋਸ਼ਿਸ਼ ਕਰ ਦਿੱਤੀ ਸੀ ਕਿ ਹਰਿਆਣੇ ਨੂੰ, ਤੇ ਜਿਹੜਾ ਕਿ ਹਰਿਆਣਾ ਜਦੋਂ ਜਿਹੜਾ ਕਿ ਹਰਿਆਣਾ ਜ਼ਿਮੀਂਦਾਰ ਸੀਗੇ ਉਹ ਬਿਲਕੁਲ ਲੜਾਈ ਉਹਨਾਂ ਨੇ ਸ਼ੁਰੂ ਕੀਤੀ। ਉਹਨਾਂ ਨੂੰ ਇਹ ਸੀ ਕਿ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਵਿੱਚ ਨਹੀਂ, ਹੁਣ ਸਾਰੇ ਇਕੱਠੇ ਹੋ ਗਏ ਨੇ। ਮੋਦੀ ਨੂੰ ਪੂਰਾ ਇਹਨਾਂ ਨੇ ਪੜਾਉਣ ਨਹੀਂ, ਮੋਦੀ ਸਾਹਿਬ ਨੇ ਪੂਰਾ ਕੋਸ਼ਿਸ਼ ਕਰ ਦਿੱਤੀ ਸੀ। ਕੀ ਕਹੋਗੇ? ਹਾਂਜੀ ਹਾਂ, ਇੱਕੋ ਹਰਿਆਣੇ ਵਾਲਿਆਂ ਨਾਲ ਕਹਿੰਦੇ ਨੇ ਵੀ ਪੰਜਾਬ ਦਾ ਕਿਵੇਂ ਛੋਟੇ ਭਾਈ ਸਾਡਾ ਹਰਿਆਣੇ ਵਾਲੇ ਨਾਲ ਸਾਡਾ ਛੋਟੇ ਵੱਡੇ ਭਾਈ ਦਾ ਮਸਲਾ ਹੋ ਗਿਆ। ਹੁਣ ਅੱਗੇ ਨਾ ਇਹ ਜਦ ਅੱਗੇ ਉਹ ਕਰਦੇ ਤੇ ਇਹ ਗੌਰਮੈਂਟਾਂ ਸਾਡੇ 'ਚ ਪਾੜਾ ਪਾ ਰਹੀਆਂ ਸੀਆਂ। ਹੁਣ ਸਾਡਾ ਕਿਸੇ ਨਾਲ ਪੌਲ ਪਾੜਾ ਨਹੀਂ, ਹਿੰਦੂ ਮੁਸਲਮਾਨ ਸਾਰੇ ਇੱਕ ਭਾਈਆਂ ਸੀ, ਸਾਡਾ ਕੋਈ ਪਾੜਾ ਨਹੀਂ ਹੈਗਾ। ਇਹ ਜਿਹੜੇ ਪਾਏ ਸਰਕਾਰਾਂ ਨੇ ਪਾਏ ਹੋਏ ਤੇ, ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਇਹ ਪਾੜੇ ਸਾਰੇ ਇਹ ਸਰਕਾਰਾਂ ਦੇ ਪਾਏ ਹੋਏ ਤੇ। ਹੁਣ ਸਾਨੂੰ ਵੀ ਪਤਾ ਲੱਗ ਗਿਆ ਇਹ ਸਰਕਾਰਾਂ ਨੇ ਪਾੜ ਕੇ ਇਹ ਰਾਜ ਕਰੀਆਂ ਨੇ। ਹੁਣ ਅਸੀਂ ਅੱਗੇ ਵਾਸਤੇ ਸਾਰੇ ਜਿੰਨਾ ਵੀ ਉਹ ਸਾਰੇ ਸਿਆਣੇ ਹੋ ਗਏ, ਇਹ ਸਾਰੇ ਸਮਝੀ ਬੈਠੇ। ਸਾਨੂੰ ਹੁਣ ਕੋਈ ਫਰਕ ਨਹੀਂ ਹੈਗਾ ਕਿਸੇ ਦਾ, ਨਾ ਹਰਿਆਣੇ ਦਾ ਨਾ ਪੰਜਾਬ ਦਾ, ਨਾ ਪੰਜਾਬ ਦਾ। ਬਹੁਤ ਪੁਰਾਣਾ ਮਾਡਲ ਟਰੈਕਟਰ ਆ ਇਹ। ਕਿਸਾਨਾਂ ਵੇਲੇ ਪਹਿਲਾਂ ਕਿ ਬਲਦ ਹੁੰਦੇ ਸੀ, ਇਹ ਕਿਸਾਨਾਂ ਦਾ ਇੱਕ ਬਲਦ ਗਿਣਿਆ ਗਿਆ ਵਾ। ਤੇ ਜਿਹੜਾ ਟਰੈਕਟਰ ਕਦੇ ਜਿਹੜੀਆਂ ਕਿ ਮਿਨਿਸਟਰਾਂ ਦੀਆਂ ਗੱਡੀਆਂ ਆਡੀਆਂ ਹੋ ਗਈਆਂ, BMW ਹੋ ਗਈਆਂ, ਜਾਂ ਮਰਸੀਡੀਜ਼ ਹੋ ਗਈਆਂ, ਜੈਕਵਰ ਹੋ ਗਈਆਂ, ਉਹ ਇਹਨਾਂ ਦਿੱਲੀ ਦੇ ਬਾਰਡਰਾਂ ਦੇ ਰੋਡਾਂ ਦੇ ਉੱਪਰ ਚੱਲਦੀਆਂ ਹੁੰਦੀਆਂ। ਹੁਣ ਦੇਖੋ ਟਰੈਕਟਰ ਇਸ ਰੋਡਾਂ ਦੇ ਉੱਪਰ ਚੱਲਣੇ ਸ਼ੁਰੂ ਹੋ ਗਏ ਨੇ। ਤਾਂ ਦੇਖੋ ਇੱਕ ਮੇਲਾ ਟਾਈਪ ਬਣਿਆ ਗਿਆ। ਅਗਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਕੀ ਕਹੋਗੇ ਉਹਦੇ ਬਾਰੇ? जब तक कानून वापस नहीं होंगे, जब तक हम यहाँ में नहीं जाएंगे। पहले भी बोला था कि 1 लाइन ऐड कर दो उसमें लिखित में, MSP मिनिमम सपोर्ट प्राइस, तब नहीं किया था। और अब भी आज वही है बात है, इन कानून को रिपील करो, रद्द करो और एक MSP पे कानून बना जाए। रही बात हमें ट्रैक्टर की, ये हमारे लिए यही BMW जगुआर है, इसने हमारी पुश्तों को पाला है, हमारे लिए सब कुछ यही है। और दूसरी बात आपने की थी डिवाइड करने वाली, हरियाणा से 1966 में हरियाणा बना, उससे पहले पंजाब का पार्ट था। और ये जो HYL का मुद्दा उठा रहे हैं, जब ज़मीन ही नहीं रहेंगे तो पानी का क्या करेंगे हम?
पानी तो इसीलिए चाहिए ना ज़मीन के लिए। ਪਰ ਕਿਸਾਨ ਤਾਂ ਜਿਹੜੇ ਪ੍ਰਧਾਨ ਮੰਤਰੀ ਆ ਉਹ ਤਾਂ ਜ਼ਿਮੀਂਦਾਰਾਂ ਦੇ ਜਿਹੜੇ ਕਿ ਬਿੱਲ ਪਾਸ ਕਰਕੇ ਉਹਨਾਂ ਨੂੰ ਤਾਂ ਮਾਰਨਾ ਚਾਹੁੰਦੇ ਆ, ਕੀ ਕਹੋਗੇ? मारना चाह रहे हो, क्या कर रहे हैं? एक कवि ने कहा है कि कहाँ छुपा के रख दूं अपने हिस्से की शराफत, जिस तरफ देखता हूँ चारों तरफ बेईमान खड़े हैं। क्या खूब तरक्की कर रहा है मेरा देश, खेत में बिल्डर और सड़कों पे किसान खड़े हैं। हम सड़कों पे खड़े हैं, किस लिए खड़े हैं? अदानी अंबानी को जो अपने कोल्ड स्टोरेज गोडाउन बनाएंगे कॉन्ट्रैक्ट फार्मिंग के थ्रू, हमारी जो प्याज होगा उदाहरण के लिए 20 रुपये का लेके उसमें अपने गोडाउन में अपने स्टॉक करेंगे और बाद में 400 रुपये का बेचेंगे। इससे महंगाई पे भी असर पड़ेगा। ये पूरे देश को समझने की बात है कि किसानों का आंदोलन नहीं है, आपकी जेब पे भी असर पड़ेगा। चाहे वो नौकरी करता है, चाहे खेती करता है, चाहे मैन्युफैक्चरिंग सेक्टर में है, किसी भी सेक्टर में सबके ऊपर असर पड़ेगा। ਪਰ ਕਿਸਾਨਾਂ ਨੂੰ ਤਾਂ ਜਿਹੜਾ ਕਿ ਇੱਕ ਅੰਨ ਦਾ ਉਹਨੂੰ ਦਾਤਾ ਮੰਨਿਆ ਗਿਆ ਵਾ, ਪਰ ਇੱਥੇ ਜਿਹੜੇ ਸਰਕਾਰਾਂ ਦੇ ਜਿਹੜੇ ਉੱਥੇ ਮੰਤਰੀ ਬੈਠੇ ਆ, ਪ੍ਰਧਾਨ ਮੰਤਰੀ ਬੈਠੇ ਆ, ਰਾਸ਼ਟਰਪਤੀ ਬੈਠੇ ਆ, ਕਿ ਉਹਨਾਂ ਨੂੰ ਇੱਕ ਕਿਸਾਨ ਇੱਕ ਬੀ ਪੈਦਾ ਕਰਕੇ ਦਿੰਦਾ ਵਾ ਕਿ ਕੋਈ ਹੋਰ ਤਾਂ ਨਹੀਂ ਦੇ ਦਿੰਦਾ। नहीं, जैसे ये तो डिवाइड एंड रूल की पुरानी पॉलिसी रही है, अंग्रेजों ने किया था, आज यही कर रहे हैं डिवाइड एंड रूल, या डिवाइड एंड रूल बोल सकते हैं आप। ये देश की बात नहीं करते, मन की बात करते हैं। खेती किसानी की बात क्यों नहीं करते? रोजी रोटी, कपड़ा, मकान, शिक्षा, स्वास्थ्य, सड़कें, मूलभूत आवश्यकता ये हैं, पढ़ाई लिखाई, इनकी बात क्यों नहीं करते? ग्लोबल हंगर इंडेक्स की एक रिपोर्ट आती है, उसमें इंडिया 102वें नंबर पर है। पाकिस्तान, अफगानिस्तान और बांग्लादेश से पीछे है। वो तो आतंकवादी देश हैं, उनसे पीछे क्यों हैं फिर हम? विकास कहाँ का आपका विकास? हम तो ये कहते हैं अपने अच्छे दिन अपने पास रखो, बुरे दिन वापस दे दो हमें अपने, जैसे हम पहले थे वैसे खुश हैं, और ये अच्छे दिन आडवाणी जी को दे दो। ਬਾਬਾ ਜੀ ਹੁਣ ਜਿਹੜਾ ਵਾ ਇਹ ਮਹਾਭਾਰਤ ਦਾ ਪੂਰਾ ਯੁੱਧ ਜਿਹੜਾ ਵਾ ਛਿੜਿਆ ਹੋਇਆ ਵਾ, ਕਿ ਸਰਕਾਰਾਂ ਨੇ ਹੁਣ ਯੁੱਧ ਛੇੜ ਤਾਂ ਲਿਆ ਵਾ ਕਿਸਾਨਾਂ ਦੇ ਨਾਲ। ਪਹਿਲਾਂ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਸੀ ਕਿ ਅਸੀਂ ਜੱਟਾਂ ਨੂੰ ਇੱਦਾਂ ਹੀ ਰੱਖਾਂਗੇ। ਅੱਜ ਪੂਰੇ 32 ਦਿਨ ਹੋ ਗਏ ਆ ਕਿ ਸਰਕਾਰ ਜਿਹੜੀ ਕਿ ਮੀਟਿੰਗ ਆਪਣੇ ਮੰਤਰੀ ਭੇਜਦੀ ਆ, ਮੋਦੀ ਸਾਹਿਬ ਆਪ ਮੋਹਰੇ ਨਹੀਂ ਆ ਰਹੇ। ਅਗਰ ਮੋਦੀ ਸਾਹਿਬ ਮੋਹਰੇ ਆ ਜਾਣ ਤਾਂ ਬਿੱਲ ਦਾ ਕੋਈ ਨਾ ਕੋਈ ਨਤੀਜਾ ਨਿਕਲ ਸਕਦਾ, ਪਰ ਉਹ ਨਹੀਂ ਆ ਰਹੇ, ਕੀ ਕਹੋਗੇ? ਮੋਦੀ ਸਾਹਿਬ ਨੇ ਕਰੋਨਾ ਕਾਲ 'ਚ ਜਿਹੜਾ ਇਹ ਬਿੱਲ ਲਿਆਂਦਾ, ਇਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਤੇ ਆਪਣੀ ਉਹਨਾਂ ਨਾਲ ਗਾਂਢ ਸਾਂਢ ਕਰਕੇ ਕਿਸਾਨ ਮਾਰੂ ਬਿੱਲ ਹੈ। ਅਸੀਂ ਇਹ ਬਿੱਲ ਦਾ ਸਖਤ ਵਿਰੋਧ ਕਰਦੇ ਹੋਏ ਜਿੰਨਾ ਚਿਰ ਇਹ ਬਿੱਲ ਵਾਪਸ ਨਹੀਂ ਹੁੰਦੇ, ਚਾਹੇ ਸਾਨੂੰ ਜਿੰਨਾ ਮਰਜ਼ੀ ਟਾਈਮ ਲੱਗੇ, ਚਾਹੇ ਸਾਨੂੰ 2024 ਤੱਕ ਬੈਠਣਾ ਪਵੇ, ਅਸੀਂ ਇਹ ਬਿੱਲ ਵਾਪਸ ਕਰਾ ਕੇ ਹੀ ਇੱਥੋਂ ਜਾਵਾਂਗੇ। ਇਹ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਉੱਪਰ ਕੋਈ ਅਸਰ ਨਹੀਂ ਪੈ ਰਿਹਾ। ਉਹ ਤਾਂ ਆਪਣੇ ਮਹਿਲਾ ਦੇ ਵਿੱਚ ਬੈਠੇ ਆ कि उन्होंने जो मंत्री आ वो सामने आके राजी नहीं गए। जिसकी फंडिंग करेंगे, फंडिंग तो वही करते हैं। हम किसान खेती क्या करते हैं? हमारे पास रोटी नहीं है, हम फंडिंग करेंगे क्या? उन्हीं की पॉलिसियाँ बनेंगी। फिर मैं एक बात और ऐड करना चाहूँगा आपके, आज जो कोई भी सोशल पॉलिटिकल और इकोनॉमिक इंडिकेटर उठा के देख लो, इंडिया 150वें नंबर से पीछे है। लेकिन ईज ऑफ डूइंग बिजनेस है ना, जो 130वें नंबर से 63वें नंबर पर आ गया पिछले 4 साल के दौरान। और सिर्फ इस देश में बिजनेस ही हो रहा है, और क्या हो रहा है? और इसी लॉकडाउन के दौरान से 3 कानून पास किए ना, थ्रू ऑर्डिनेंस के थ्रू पास किए थे, ताकि कोई सवाल ना कर सके। देश बंद था, कर्फ्यू लगा हुआ था, पार्लियामेंट भी बंद था। इसी दौरान 3 लेबर लॉ भी पास किए थे, ऑर्डिनेंस थे वो भी। और एक इसलिए किए थे ताकि लेबर को भी इसके अंदर लिया जाए। प्रधानमंत्री जी ने कोरोना ਦੇ ਵਿੱਚ ਕਹਿਤਾ ਕਿ ਕਰੋਨਾ ਵਾ ਕਿ ਬਾਹਰ ਕੋਈ ਕਿਸੇ ਨੂੰ ਨਿਕਲਣ ਨਹੀਂ ਦਿੱਤਾ ਗਿਆ, ਕਿ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੇ ਬਿੱਲ ਮਾਫ ਕਰਨ ਤੇ ਵਧੀਆ ਗੱਲ ਨਹੀਂ। ਕਿ ਹੁਣ ਪ੍ਰਧਾਨ ਮੰਤਰੀ ਜੀ ਨੂੰ ਨਜ਼ਰ ਨਹੀਂ ਆ ਰਿਹਾ ਭਾਰਤ ਦੇ ਪ੍ਰਧਾਨ ਕਿ ਕਰੋਨਾ ਵਾ, ਹੁਣ ਕਰੋਨਾ ਵਾ, ਕਿ ਹੁਣ ਕਰੋਨਾ ਕਿੱਥੇ ਗਿਆ? ਕਰੋਨਾ ਭੱਜ ਗਿਆ। नहीं, पहले क्या होता था, जैसे लोकसभा चुनाव, विधानसभा का चुनाव, वो कवर होते थे। हमारी मीडिया का पता आपने क्या कर रहे हैं। आज क्या हो रहा है? चाहे पंचायत का चुनाव है, अमित शाह वोट मांगने के लिए जाएगा। हैदराबाद में आपने देखा, तब कहाँ गई थी वो सोशल डिस्टेंसिंग? जम्मू कश्मीर में चुनाव हो रहे हैं, वो तब कहाँ गई थी? अब बंगाल में क्या हो रहा है आपको पता है? रोज डिफेक्शन करके विधायकों को खरीदा जा रहा है, अपनी साइड किया जा रहा है। तो ये क्या हो रहा है? कुछ नहीं किया। 1 करोड़ से ज़्यादा केस हो चुके कोरोना के। कहाँ गए आपके वादे? हेल्थ सेक्टर का हाल देख लो, गरीबी का देख लो। 19 करोड़ लोग डेली भूखा सोते हैं, पेट में रोटी नहीं होती। 35 करोड़ लोग इस देश के गरीबी रेखा से नीचे हैं। बच्चे पढ़ नहीं सकते, लिख नहीं सकते, कैसे आगे विकास होगा? तो ये सीधी सी बात है, 100 बात की एक बात है। हम यहाँ पे कानून वापस कराने आए हैं, जब तक नहीं करेंगे हम नहीं जाएंगे। बच्चे झोंक देवांगे, ज़मीन पे कब्जा रोक देवांगे।
इनकलाब ਜਿੰਦਾਬਾਦ इनकलाब ਜਿੰਦਾਬਾਦ। ਸੋ ਇਹ ਸਨ ਸਾਡੇ ਨਾਲ ਕਿਸਾਨ ਵੀਰ ਹਰਿਆਣੇ ਦੇ ਜਿਨ੍ਹਾਂ ਨੇ ਗੱਲਬਾਤ ਕੀਤੀ ਸੀ। ਇਹਨਾਂ ਨੇ ਇੱਕ ਦੇਖੋ ਇੱਕ ਬਹੁਤ ਪੁਰਾਣਾ ਮਾਡਲ ਟਰੈਕਟਰ ਆ, ਇਹਨੂੰ ਕਿੰਨਾ ਸ਼ਿੰਗਾਰ ਸ਼ੁੰਗੂਰ ਕੇ ਰੱਖਿਆ ਹੋਇਆ ਵਾ। ਜਿਹੜੀਆਂ ਗੱਡੀਆਂ ਜੀਟੀ ਰੋਡ ਦੇ ਉੱਪਰ ਜਿਹੜੇ ਕਿ ਆਡੀਆਂ ਵਗੈਰਾ ਚੜ੍ਹਦੀਆਂ ਨਜ਼ਰ ਆਉਂਦੀਆਂ ਸੀਗੀਆਂ ਸ਼ਾਹੂਕਾਰਾਂ ਘਰਾਣੇ ਦੇ ਰਹੀਸ ਦੀਆਂ, ਕਿ ਹੁਣ ਦੇਖੋ ਤੁਹਾਨੂੰ ਇੱਥੇ ਸਾਰੇ ਦਿੱਲੀ ਦੇ ਸਿੱਧੂ ਬਾਰਡਰ ਦੇ ਉੱਪਰ ਟਰੈਕਟਰ ਹੀ ਮਿਲਣਗੇ, ਜੀਪਾਂ ਮਿਲਣਗੀਆਂ, ਨਿਹੰਗ ਸਿੰਘਾਂ ਦੇ ਘੋੜੇ ਹੀ ਮਿਲਣਗੇ। ਉਹਨਾਂ ਦਾ ਇਹ ਕਹਿਣਾ ਕਿ ਅਗਰ ਸਰਕਾਰ ਨੇ ਬਿੱਲ ਵਾਪਸ ਨਾ ਲਏ ਤਾਂ ਸਾਡਾ ਜਿਹੜਾ ਵਾ ਆਉਣ ਵਾਲਾ ਸਮਾਂ ਇੱਦਾਂ ਹੀ ਸੰਘਰਸ਼ ਜਾਰੀ ਰਹੂਗਾ। ਸਕਾਈ ਨਿਊਜ਼ ਪੰਜਾਬ ਤੋਂ ਰਾਹੁਲ ਦੇ ਨਾਲ ਸੁਨੀਲ ਗੋਗਨਾ, ਦਿੱਲੀ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।